ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। सोई सुनंदड़ी मेरा तन मन मौला, नाम जपंदड़ी लाली पंध जुलंदड़ी मेरा अंदर ठंडा। गुरु दर्शन देख निहाली पंध जुलंदड़ी मेरा अंदर ठंडा। गुरु दर्शन देख निहाली सतनाम वाहिगुरु साहिब जियो। श्लोक महला पहला। वाह खसम तू वाह जिन रच रचना हम किए। वाह खसम तू वाह जिन रच रचना हम किए। सागर लहर समुंद सर वेल वर्षवरा। आप खड़ो वह आप कर आपीण आपा। गुरमुख सेवा थाई पवै उन मन तत् कमा। मशक्कत लहो मजूरियाँ मंग मंग खसम दरा। नानक पुरदर वे परवाह तौदर ऊणा नाहे। को सच्चा वे परवाह। महला पहला। उज्जल मोती सोहणे रत्ना नाल जुड़न। तिन जर वैरी नानका जे बुढ़े थी मरन। पौड़ी। हर सालाही सदा सदा तन मन सौंप शरीर। गुर शब्दी सच पाया सच्चा गहर गंभीर। मन तन हिरदै रव रहया हर हीरा हीर। जन्म मरण का दुख गया फिर पवै ना फीर। नानक नाम सलाह तू हर गुणी गहीर। जन्म मरण का दुख गया फिर पवै ना फीर। नानक नाम सलाह तू हर गुणी गहीर। वाहिगुरु जी का खालसा वाहिगुरु जी की फतेह। जुगो जुगो अटल। धन धन गुरु ग्रंथ साहिब जी। गुरु पातशाह जी दी अपर अपार अजीम बख्शिश ढलदी शाम असी सत्संगत दे पल प्राप्त किते ने। आप मोस्टली घरां थावां तो गुरु शब्द नाल टीवी के जरिए सांझ पा रहे हो। वडभागता है। इस समा गुरबाणी व्याख्या दा है जिस विच सूही राग दी वार विचारी जा रही है। गुरु अमरदास साहब दा पावन उपदेश है पौड़ियां दे रूप विच। किते किते पौड़ियां दे नाल दूसरे जामियां दे विच उचरित किए गए बचन श्लोकां दे रूप विच ने। जिवें आ साडे सामने पौड़ी दे नाल लगदे
2 ਸ਼ਲੋਕ ਗੁਰੂ ਨਾਨਕ ਸਾਹਿਬ ਦੁਆਰਾ ਉਚਰਿਤ ਕੀਤੇ ਗਏ ਨੇ। ਬਚਨ ਅਸੀਂ ਵਿਚਾਰ ਰਹੇ ਸੀ ਬੀਤੇ ਕੱਲ, ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ। ਇਨ ਬਿਟਵੀਨ ਸਾਡਾ ਸਮਾਂ ਸਮਾਪਤ ਹੋ ਗਿਆ ਸੀ, ਇਸ ਕਰਕੇ ਅਸੀਂ ਫਿਰ ਉੱਥੇ ਹੀ ਜੋ ਵਿਚਾਰ ਸੀ ਉਸ ਨੂੰ ਪੌਜ਼ ਕੀਤਾ। ਅੱਜ ਅਸੀਂ ਉੱਥੋਂ ਹੀ ਅਨਪੌਜ਼ ਕਰਾਂਗੇ, ਪਰ ਥੋੜ੍ਹਾ ਜਿਹਾ ਇੱਕ ਜਸਟ ਵੇਰਵੇ ਲਈ ਪਿੱਛੋਂ ਵਿਚਾਰ ਲੈ ਆਉਂਦੇ ਹਾਂ। ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ। ਮੌਲਿਕ ਰੂਪ ਦੇ ਵਿੱਚ ਵਾਹ ਜੋ ਸਿੱਖ ਸੋਚ ਨੂੰ ਸਮਝਦਾ, ਸਿੱਖ ਸੋਚ ਵਿੱਚ ਪਲਿਆ, ਸਿੱਖ ਸੋਚ ਨੂੰ ਵਿਟਨੈਸ ਕੀਤਾ, ਉਸ ਨੂੰ ਆਲੇ ਦੁਆਲੇ ਆਪਣੇ ਕਲਚਰ ਨੂੰ, ਉਸ ਸੱਭਿਆਚਾਰ ਨੂੰ, ਸਿੱਖੀ ਦੇ ਨੂੰ ਅਹਿਸਾਸਿਆ, ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਫੈਮਿਲੀਅਰ ਆ। ਵੈਨ ਵੀ ਸੇ ਵਾਹ ਔਰ ਵਾਹ ਗੁਰੂ, ਵਟ ਡਜ਼ ਇਟ ਮੀਨ? ਇਹਦਾ ਮਾਇਨਾ ਕੀ ਹੈ? ਮਾਫੀ ਮੰਗਾਂਗਾ ਮੈਂ, ਪਰ ਮੈਂ ਕਿਹਾ ਜ਼ਰੂਰ ਹੈ ਕਿ ਅਸੀਂ ਸਭ ਨੂੰ ਪਤਾ ਆ, ਪਰ ਕਈ ਵਾਰੀ ਉਸ ਪਤੇ ਦੇ ਵਿੱਚ ਵੀ ਕੁਝ ਫਰਕ ਪੈਂਦਾ ਆ। ਜਿਵੇਂ ਵਾਹਿਗੁਰੂ ਰੱਬ ਨੂੰ ਕਿਹਾ ਗਿਆ ਆ, ਵਾਹਿਗੁਰੂ ਉਸ ਸ਼ਕਤੀ ਨੂੰ ਕਿਹਾ ਗਿਆ ਆ, ਪਰ ਉਹ ਸ਼ਕਤੀ ਲਈ ਤੇ ਹਰੀ ਵੀ ਹੈ, ਰਾਮ ਵੀ ਹੈ, ਪਾਰ ਬ੍ਰਹਮ ਵੀ ਹੈ, ਪਰਮੇਸ਼ਰ ਵੀ ਹੈ। ਪਰ ਗੁਰਮੰਤਰ ਦੇ ਰੂਪ ਦੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਹੋਈ। ਜੋ ਉਹ ਚੀਜ਼ ਕੀਤੀ ਗਈ ਕਿ ਉਸ ਵਾਹ ਦੀ ਗੱਲ ਹੋ ਰਹੀ ਹੈ, ਜੋ ਵਾਹ ਇੱਕ ਸਾਡੇ ਅੰਦਰ ਦੇ ਉਸ ਲੈਵਲ ਨੂੰ ਐਕਸਪ੍ਰੈਸ ਕਰਦਿਆਂ ਹੋਇਆਂ ਆਉਂਦੀ ਹੈ, ਜਿੱਥੇ ਜਾ ਕੇ ਸ਼ਬਦ ਬਹੁਤ ਛੋਟੇ ਹੋ ਜਾਂਦੇ ਨੇ। ਬੰਦਾ ਇੱਕ ਉਸ ਲੈਵਲ ਤੇ ਜਾਂਦਾ ਆ ਜਿੱਥੇ ਸਮਝ ਆਉਂਦੀ ਹੈ ਕਿ ਆਈ ਕੈਨ ਜਸਟ ਇੰਜੋਏ ਇਟ, ਫੀਲ ਇਟ, I cannot explain it। ਵਾਹ ਬਲਿਹਾਰ ਉਹ ਰੂਪ ਆ। ਤੇ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ, ਗੁਰੂ ਇੱਕ ਇੰਸਟੀਟਿਊਸ਼ਨ ਹੈ, ਗੁਰੂ ਇੱਕ ਸਿੱਖਿਆ ਹੈ, ਗੁਰੂ ਇੱਕ ਜਾਚ ਹੈ, ਗੁਰੂ ਇੱਕ ਪੂਰਾ ਤਸੱਵੁਰ ਆ ਉਸ ਰੱਬੀ ਹਸਤੀ ਤੇ ਰੱਬੀ ਨਿਜ਼ਾਮ ਦਾ, ਜਿਹਦੇ ਨਾਲ ਸਾਡੀ ਐਸੋਸੀਏਸ਼ਨ ਹੁੰਦੀ ਹੈ। ਤੇ ਅਸੀਂ ਅਲਟੀਮੇਟਲੀ ਉਸ ਲੈਵਲ ਤੇ ਪਹੁੰਚਦੇ ਹਾਂ ਜਿੱਥੇ ਸਾਡੇ ਕੋਲ ਉਹਦਾ ਧੰਨਵਾਦ ਕਰਦਿਆਂ ਹੋਇਆਂ, ਉਸ ਗੁਰੂ ਨੂੰ ਗ੍ਰੈਟੀਟਿਊਡ ਸ਼ੋ ਕਰਦਿਆਂ ਹੋਇਆਂ, ਵੀ ਡੋਂਟ ਹੈਵ ਐਨੀ ਅਦਰ ਚੋਇਸ ਐਕਸੈਪਟ ਬਲਿਹਾਰ। ਵਾਹ, ਇੱਥੇ ਬਚਨ ਆ ਰਿਹਾ ਹੈ, ਵਾਹ ਖਸਮ ਤੂੰ ਵਾਹ। ਉਹ ਖਸਮ, ਉਹ ਸਿਰਜਣਹਾਰ, ਉਹ ਬਣਾਉਣ ਵਾਲੇ, ਬਲਿਹਾਰ ਕਿਆ ਜਿਨ ਰਚ ਰਚਨਾ ਹਮ ਕੀਏ। ਹਮ ਮੈਂ, ਅਸੀਂ ਜੋ ਹੈਗੇ ਹਾਂ, ਸਾਡੀ ਰਚਨਾ ਰਚੀ ਤੂੰ, ਤੇ ਇਹ ਰਚਨਾ ਰਚ ਕੇ ਸਾਨੂੰ ਟਿਕਾਇਆ ਵਿੱਚ। ਹੁਣ ਇਹ ਰੂਪ ਜਿਹੜਾ ਆ, ਇਹ ਹੈ ਉਸ ਓੰਕਾਰ ਨੂੰ ਵਿਟਨੈਸ ਕਰਨਾ ਸੁਰਤ ਦੇ ਲੈਵਲ ਤੇ। ਕਈ ਵਾਰ ਬੰਦੇ 'ਚ ਹਉਮੈ ਇਤਨੀ ਜ਼ਿਆਦਾ ਆ, ਉਸ ਨੂੰ ਮੈਂ ਤੇ ਦੂਸਰੇ ਇਤਨਾ ਫਰਕ ਕਰਕੇ ਬੰਦਾ ਵੇਖ ਰਿਹਾ ਹੈ। ਮੇਰ ਤੇਰ ਹੈ, ਆਪਣਤ ਬਗਾਨਾਪਨ ਹੈ, ਆਪਣੇ ਪ੍ਰਤੀ ਬਹੁਤ ਤੇਹ ਹੈ, ਬਹੁਤ ਮੋਹ ਹੈ, ਦੂਜੇ ਦੇ ਪ੍ਰਤੀ ਬਹੁਤ ਨਫ਼ਰਤ ਹੈ, ਬੜੀ ਈਰਖਾ ਹੈ, ਤੇ ਅਜੀਬ ਮਾਨਸਿਕਤਾ ਦੇ ਵਿੱਚ ਬੰਦਾ ਜੀ ਰਿਹਾ। ਸਿਰਫ ਇਸ ਨੂੰ ਕੰਫਰਟ ਦੇ ਕੇ, ਇਹਦੇ ਨਾਲ ਬਹੁਤ ਨੇੜਲੀ ਐਸੋਸੀਏਟ ਰੱਖਣ ਵਾਲੇ ਕੁਝ ਕਲਬੂਤ, ਉਹਨਾਂ ਨੂੰ ਕੰਫਰਟ ਦੇ ਕੇ ਬਾਕੀ ਦੂਜਿਆਂ ਤੋਂ ਹਰ ਤਰ੍ਹਾਂ ਦਾ ਕੰਫਰਟ ਖੋ ਕੇ, ਹਰ ਤਰ੍ਹਾਂ ਦਾ ਸੁੱਖ ਸਕੂਨ ਖੋ ਕੇ, ਹਰ ਤਰ੍ਹਾਂ ਦਾ ਉਹਨਾਂ ਦਾ ਹੱਕ ਖੋ ਕੇ ਖੁਸ਼ੀ ਮਹਿਸੂਸ ਕਰਦਾ ਹੈ। ਇਹੀ ਪਾਪ ਹੈ। ਜਦ ਆਪਾਂ ਬਾਣੀ 'ਚ ਪੜ੍ਹੀਏ ਨਾ, ਤੇ ਆਪ ਅਹਿਸਾਸ ਕਰੋਗੇ ਸਾਡੇ ਸਮਾਜ 'ਚ ਅੱਜ ਵੀ ਖਾਣ ਪੀਣ, ਰਹਿਣ ਸਹਿਣ 'ਤੇ ਬੜਾ ਐਮਫਸਾਈਜ਼ ਕਰਕੇ ਕਿਹਾ ਜਾਂਦਾ, ਇਹ ਪਾਪ ਹੈ, ਇਹ ਨਹੀਂ ਪਾਪ, ਇਹ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ। ਗੁਰੂ ਬਾਬਾ ਜੀ ਨੇ ਕਿਤਨੇ ਕਮਾਲ ਦੇ ਬਚਨ ਲਿਖੇ ਕਿ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਸਮਾਜ ਦੇ ਉਹ 2 ਡੋਮੀਨੇਟਿੰਗ ਹਿੱਸੇ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਅੰਦਰ, ਜਿਹਦੇ ਵਾਸਤੇ ਇੱਕ ਵਾਸਤੇ ਸੂਰ ਦਾ ਮਾਸ ਖਾਣਾ ਉਹ ਹੋ ਪਤਿਤ ਹੋ ਗਿਆ ਤੇ ਬਿਲਕੁਲ ਭ੍ਰਸ਼ਟ ਹੋ ਗਿਆ। ਗਾਂ ਦਾ ਮਾਸ ਖਾ ਲਿਆ, ਉਹ ਹੋ ਬਾਬਾ ਜੀ ਨੇ ਉਸ ਤੋਂ ਵੱਡੇ ਲੈਵਲ ਤੇ ਲਿਆਂਦਾ।
ਕਿਉਂ ਭਲੇ ਬੰਦੇ ਜਦੋਂ ਮੇਰ ਤੇਰ ਵਿੱਚ ਜਾਣਾ ਆ, ਜਦੋਂ ਕੁਝ ਜੀਆਂ ਨੂੰ ਕੰਫਰਟ ਦੇਣ ਲਈ ਦੂਜਿਆਂ ਤੋਂ ਹੱਕ ਖੋਹਣਾ ਹੈ ਉਹਨਾਂ ਦੇ, ਇਹ ਕੀ ਹੈ? ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ। ਫਿਰ ਕਿਆ ਭਾਵੇਂ ਤੇਰਾ ਗੁਰੂ ਹੈ ਤੇ ਭਾਵੇਂ ਤੇਰਾ ਪੀਰ ਹੈ, ਯੂ ਨੋ, ਇੱਕ ਗੁਰੂ ਪਰੰਪਰਾ ਨੂੰ ਮੰਨਦਾ ਸੀ, ਇੱਕ ਪੀਰ ਪਰੰਪਰਾ ਨੂੰ ਮੰਨਦਾ ਸੀ, ਇੱਕ ਦੈਵੀ ਪਰਿਪੇਖ ਵਿੱਚ ਸੀ, ਇੱਕ ਪੈਗੰਬਰੀ ਪਰਿਪੇਖ ਵਿੱਚ ਸੀਗਾ। ਬਾਬਾ ਜੀ ਨੇ ਦੋਨਾਂ ਨੂੰ ਇੱਕ ਜਗ੍ਹਾ ਤੇ ਲੈ ਆਏ ਤੇ ਕਿਹਾ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਮੁਰਦਾਰ ਨਾ ਖਾ ਲਈ ਕਿਤੇ, ਕਿਤੇ ਐਸਾ ਨਾ ਹੋਏ ਤੂੰ ਇਸ ਅਮਲ ਦਾ ਹਿੱਸਾ ਬਣ ਜਾਏ। ਜਦੋਂ ਅਸੀਂ ਉਸ ਚੀਜ਼ ਵਿੱਚ ਆਪਣੇ ਆਪ ਨੂੰ ਮਨੋਵਰ ਨਹੀਂ ਹੋਣ ਦੇਣਾ ਤੇ ਬਚਾਅ ਦਾ ਸਾਧਨ ਕੀ ਹੈ? ਵਾਸਟ ਲੈਵਲ ਤੇ ਚੀਜ਼ ਦੇਖਣੀ। ਜਿਹਨੂੰ ਮਾਰ ਰਹੇ ਹਾਂ, ਢਾਹ ਰਹੇ ਹਾਂ, ਲੁੱਟ ਰਹੇ ਹਾਂ, ਕੁੱਟ ਰਹੇ ਹਾਂ, ਉਹ ਵੀ ਤੇ ਮੈਂ ਹੀ ਹਾਂ, ਉਹ ਵੀ ਤੇ ਮੇਰੇ ਖਸਮ ਦੀ ਬਣਾਈ ਰਚਨਾ ਆ, ਜਿਹਦੇ ਤੇ ਬਹੁਤ ਜ਼ਿਆਦਾ ਬਲਿਹਾਰ ਜਾ ਰਿਹਾ ਆ, ਉਹ ਵੀ ਉਸ ਖਸਮ ਦੀ ਰਚਨਾ ਆ। ਸੋ ਇੱਕ ਆਪਣਾ ਦਾ ਇੱਕ ਵਾਸਤ ਤੇ ਵੱਡਾ ਹਿੱਸਾ ਬੰਦੇ ਨੂੰ ਸਮਝ ਆਉਂਦਾ ਆ। ਇਹੀ ਧਰਮ ਹੈ। ਗੁਰੂ ਬਾਬਾ ਜੀ ਕਹਿੰਦੇ ਸਮਝ ਆ ਰਹੀ ਹੈ, ਤੇਰੇ ਤੋਂ ਵਾਹ ਜਾਣਾ, ਬਲਿਹਾਰ ਜਾਣਾ। ਇਹ ਰਚਨਾ ਨੂੰ ਇਸ ਲੈਵਲ ਤੇ ਵੇਖ ਰਹੇ ਹਾਂ। ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ। ਇਹ ਬਣਾਈ ਹੋਈ ਕੁਦਰਤ ਦੇ ਰੰਗਾਂ ਨੂੰ ਦੇਖੋ। ਬੀਤੇ ਕੱਲ ਕੁਝ ਐਗਜ਼ਾਮਪਲਸ ਕੀਤੀਆਂ ਸੀਗੀਆਂ। ਪਾਣੀ ਦੀ ਖੇਡ ਹੀ ਇਕੱਲੀ ਦੇਖੋ ਕਿ ਕਿਵੇਂ ਉਹ ਵਹਿ ਰਿਹਾ ਹੈ, ਕਿਵੇਂ ਉਹਦੀਆਂ ਵੱਡੀਆਂ ਵੱਡੀਆਂ ਵਾਟਰ ਬਾਡੀਜ਼, ਮੋਰ ਦੈਨ 70% ਪਾਣੀ ਇਸ ਗਲੋਬ ਦੇ ਉੱਤੇ ਉਹ ਛਲਕ ਰਿਹਾ ਹੈ, ਉਹ ਨੱਚ ਰਿਹਾ ਹੈ। ਜਿਹਨੂੰ ਅਸੀਂ ਸ਼ਬਦ ਪੜ੍ਹਦੇ ਨਾ, ਪਿੰਦੀ ਯੂਬ ਕਲੈ ਸੰਸਾਰਾ ਪਰੰਪਰਮ ਆਏ ਤੁਮਚੇ ਦੁਆਰਾ। ਉਹ ਜਿਹੜੀ ਬਾਤ ਆ ਕਿ ਜਿਵੇਂ ਟਿੰਡਾਂ ਦੇ ਵਿੱਚ ਪਾਣੀ ਛਣਕ ਰਿਹਾ, ਖੂਹ 'ਚ ਪਾਣੀ ਛਣਕ ਰਿਹਾ, ਇਹ ਸਾਰਾ ਪਾਣੀ ਤੇ ਪਾਣੀ ਹੈ ਸਾਰਾ ਉਸ ਰੂਪ ਦੇ ਵਿੱਚ। ਫਿਰ ਇਹ ਵੀ ਹੈ, ਇਹੀ ਵਾਟਰ ਬਾਡੀਜ਼ ਦੇ ਵਿੱਚੋਂ ਫਿਰ ਕਿਵੇਂ ਪਾਣੀ ਉੱਡਦਾ ਆ, ਬੱਦਲ ਬਣਦਾ, ਫਿਰ ਛਣ ਛਣ ਕੇ ਥੱਲੇ ਡਿੱਗਦਾ ਇਸ ਰੂਪ ਦੇ ਵਿੱਚ। ਜਿਹੜਾ ਬਚਨ ਆਇਆ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ। ਵੇਲ ਵਰਸ ਵਰਾਹ। ਛੋਟੀ ਜਿਹੀ ਬਾਤ ਹੋਰ ਕਰ ਦੇਣਾ, ਸਾਇੰਟੀਫਿਕਲੀ ਸਾਈਡ ਤੋਂ ਤੁਸੀਂ ਦੇਖਦੇ ਹੋ, ਬੱਦਲ ਸਪੋਜ਼ ਕਰੋ ਕੋਈ 200 ਮੀਟਰ, 400 ਮੀਟਰ, 500 ਮੀਟਰ, 1000 ਮੀਟਰ ਸਾਡੀ ਧਰਤੀ ਤੋਂ ਉੱਚਾ ਆ। 1000 ਮੀਟਰ ਤੋਂ ਤੁਸੀਂ ਇੱਕ ਐਨੀ ਟਾਈਪ ਆਫ ਪਾਣੀ ਦੀ ਡ੍ਰੌਪ ਜਿਹੜੀ ਹੈਗੀ ਏ, ਉਹਨੂੰ ਸੱਟੋ ਥੱਲੇ ਇਸ ਤਰੀਕੇ ਦੇ ਨਾਲ। ਜਿਹੜਾ ਲਾਅ ਆਫ ਫਿਜ਼ਿਕਸ ਆ, ਉਹ ਇਹ ਕਹਿੰਦਾ ਆ ਕਿ ਜੇ ਉਹਦਾ ਵੇਟ ਸਪੋਜ਼ ਮਿਨੀਮਮ 5 ਗ੍ਰਾਮ ਆ, 5 mg, ਤੇ ਇਸ ਤਰ੍ਹਾਂ ਕਹਿ ਲਓ ਕਿ ਉਹਦਾ 5G 5 ਗ੍ਰਾਮ ਜਿਹਦਾ ਵੇਟ ਆ, ਉਹ 200 ਮੀਟਰ ਤੋਂ ਡਿੱਗ ਰਿਹਾ ਹੈ। ਤੇ ਜਿਵੇਂ ਜਿਵੇਂ ਉਹਦਾ ਡਿਸਟੈਂਸ ਜਿਹੜਾ ਹੈਗਾ ਵਧੇਗਾ, ਗ੍ਰੈਵਿਟੀ ਦੀ ਕਸ਼ਿਸ਼ ਵਧੇਗੀ ਥੱਲੇ, ਉਹਦੀ ਸਪੀਡ ਦੇ ਨਾਲ ਥੱਲੇ ਆਉਣ ਵਾਲੀ ਆਮਦ ਦੇ ਜ਼ਰੀਏ ਉਹ 'ਚ ਇੱਕ ਫੋਰਸ ਜਨਰੇਟ ਹੋਏਗੀ। ਆਪ ਨੂੰ ਸ਼ਾਇਦ ਪਤਾ ਹੋਏਗਾ, ਜਿਹੜਾ ਵਾਟਰ ਆ, ਇਸ ਨੂੰ ਇੱਕ ਫੋਰਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ, ਕਟਰ ਦੇ ਤੌਰ ਤੇ। ਸਟੋਨ ਕਟਿੰਗ ਹੁੰਦੀ ਹੈ ਇਹਦੇ ਨਾਲ ਜਿਹੜਾ ਗਲਾਸ ਕਟਿੰਗ ਹੁੰਦੀ ਹੈ ਇਹਦੇ ਨਾਲ। ਈਵਨ ਧਰਤੀ ਦੇ ਵਿੱਚ ਜਿਹੜੀ ਟਿਊਬ ਪਾਈ ਜਾਂਦੀ ਹੈ ਵੈਲ ਬਣਾਉਣ ਵਾਸਤੇ, ਜਿਹਨੂੰ ਅਸੀਂ ਟਿਊਬ ਵੈਲ ਕਹਿੰਦੇ ਆ, ਉਹ ਵੀ ਐਕਚੁਅਲ ਲੈਵਲ ਤੇ ਨਾ ਮੁਲਕਾਂ ਦੇ ਵਿੱਚ ਸਿੱਧੇ ਤੌਰ ਤੇ ਪਾਣੀ ਦਾ ਜਿਹੜਾ ਹੈਗਾ ਉਹ ਪ੍ਰੈਸ਼ਰ ਥੱਲੇ ਲਗਾ ਕੇ ਉਹਦੇ ਜ਼ਰੀਏ ਬਣਾਈ ਜਾਂਦੀ ਹੈ। ਸੋ ਜੇ ਉਹ ਇਤਨੀ ਉੱਚੇ ਤੋਂ ਪਾਣੀ ਦੀ ਬੂੰਦ ਆ ਰਹੀ ਹੈ ਤਾਂ ਇੱਕ ਫੋਰਸ ਬਣ ਜਾਂਦੀ ਹੈ। ਜੇ ਉਹ ਸਪੋਜ਼ ਕਰੋ 400 ਮੀਟਰ ਤੋਂ 1000 ਮੀਟਰ ਤੋਂ ਉੱਤੋਂ ਡਿੱਗ ਰਹੀ ਹੈ, ਤੇ ਜੇ ਥੱਲੇ ਟਾਰਕੋਲ ਜਿਹਨੂੰ ਲੁੱਕ ਕਹਿੰਦੇ ਆ, ਅਸੀਂ ਉਹਦੀ ਸੜਕ ਬਣੀ ਹੋਏ, ਉਹਦੇ ਉੱਤੇ ਆ ਕੇ ਡਿੱਗੇ ਤੇ ਉਸ ਲੁੱਕ ਦੀ ਸੜਕ ਦੇ ਵਿੱਚ ਉਹ ਖੱਡਾ ਪਾ ਦੇਗੀ, ਉਹਦੇ ਵਿੱਚ ਉਹ ਬੰਪ ਪੈਦਾ ਕਰ ਸਕਦੀ ਹੈ। ਸਾਡੀਆਂ ਗੱਡੀਆਂ, ਕਾਰਾਂ ਦਾ ਕੀ ਹਾਲ ਹੋਏਗਾ, ਛੱਡੋ ਇਹਨਾਂ ਨੂੰ, ਸਾਡਾ ਕੀ ਹਾਲ ਹੋਏਗਾ। ਜਿਹਦੇ ਮੋਢੇ ਤੇ ਸਿਰ ਤੇ ਪੈ ਗਈ ਤੇ ਬਸ ਡਨ ਹੈ। ਸੋ ਇਸ ਰੂਪ ਵਿੱਚ ਦੇਖੀਏ ਤੇ ਇਹ ਇਸ ਕਿਸਮ ਦਾ ਲਾਅ ਸਾਨੂੰ ਫਿਜ਼ਿਕਸ ਦਾ ਸਮਝ ਆਉਂਦਾ ਹੈ।
पर आप देखते हैं जो पानी की बूंद उत्तों आती है वो सहज ही थले डिगदी है, समा जाती है। हाँ हीलिंग होए, ओले डिगण दैट्स अ डिफरेंट स्टोरी। पर जो वो देखिए तो ये की है, ये ना जिहड़ियां आसमान दे विच हवावां ने इस तरह ने जिवें छाननियां लाइयां होंदियां ने, उत्तों कोई चीज़ आ रही है, उन्होंने खास करके जिहड़ी हवा आ वो छानने तरह छाण की तुरी लगी होंदी है। एक हवा का लैवल चुकता, दूजे ते सटदा, दूजा तीजे ते, चादर की तरह थले पसरती पसरती थले आउंदियां तक बिल्कुल थोड़े जी फोर्स नाल आके डिगदी है। जिन्नी क फोर्स नाल फसलों ते डिगे, फसलों के पत्ते नहीं तोड़ती, इस रूप दे इस तरीके दे नाल ये मदर नेचर ते एक बहुत गहरे ला दे चीज़ आ रही है। जो असी नेचर दे ना रंगां नूं बहुत डीप लैवल ते देखते हैं ना, मैं कल भी बिनती की सी, बच्चा मैडिकल साइड पढ़ रहा है, कोई चीज़ भी पढ़ रहा है, वो जे सिर्फ एक स्किल लर्न करने वास्ते प्रोफैशन ते सारा फोकस ये है, आई वांट मेक ए कैरियर, आई वांट मेक मनी, आई वांट जस्ट गो ओवर देयर इन दिस पोजीशन, फिर तो भाई वो जस्ट एक बड़ी ड्राई जिहा मैटर आ, तो एक बस एक रेस लगी है। जे दे विचों मंजर देखना चाहुंदा है करते दी कुदरत दा, फिर विस्माद अवस्था आ। इहदे नाल प्रोफैशन तो वधिया होएगा ही होएगा, पर वो जो प्राप्त करेगा वो भी बियॉन्ड एक्सप्लेनेशन हैगा। इस करके कई बार कहा गया कि जिहड़ियां डिस्कवरीज होईयां ने, जिन्होंने असीं कुछ समा पहलां तक न्यू इन्वेंशनस कहते होंदे सीगे, हुण तो पता लगा कि देयर इजंट एनी न्यू इन्वेंशन, एवरीथिंग एग्जिस्ट इन दिस वर्ल्ड, जस्ट वी हैव टू डिस्कवर समथिंग। सानू उहदे तक पहुंचण दी लोड़ है, बाकी सब कुछ मौजूद है इत्थे। पर पता लगता है कि मोस्टली जिहड़ियां डिस्कवरीज होईयां वो यूरोप विच होईयां, नॉर्थ अमेरिकन इस खित्ते च होईयां। यूज़ पूरी दुनिया करदी उसनूं। इहदे पिछे कारण भी लोगों ने बयान किया, जिहड़े बहुत स्कॉलर लोग सीगे, उन्होंने कहा कि जिथे कुछ बनन दी, कुछ करन दी रेस ना होए, जस्ट किसी चीज़ को इंजॉय करने का लैवल आ जाए, कोई चीज़ हायर लैवल ते अंडरस्टैंड करने की बात आ जाए, उत्थे उस सबजैक्ट जिहड़ा आ वो जिहड़ी जिस बाबत ज्ञान प्राप्त करना आ उहदे नाल सुरत आत्मसात हो जाती है। इत्थों फिर वो हायर लैवल आ जाता है। ये भी असल एक सिमरन का लैवल है। गुरु नानक महाराज जो बात करते, क्योंकि ह्यूमन बीइंग दी जिन्होंने कह लीए कि होल डिवेलपमेंट, संपूर्ण उहदी एक तरक्की दी, एक तरक्की याफ्ता होने की बात हो रही है। इस करके बाबा जी ने बात की, वो बंदे मदर नेचर के इन्हां रूपां नूं देख, सागर लहर समुंद सरवेल वर्ष वराह, आप खड़ो मैं आप कर आपी ने आपा। इत्थों इसी बात गल पॉज की सी, गल इत्थों अगे तोरदे हां। अज उहदे च इह सीगा कि आसा की वार पढ़ी, आपी ने आप साजियो आपी ने रचियो, ना आउंदो ही कुदरत साजिए कर आसन डिठो जाओ, दाता करता आप तू तुस दोए मैं करें पसाओ, तू जानो ही सब सैदे लैसें जिंद कवाओ। हुण जिहड़ी ये गल आ, कवाओ हुक्म, तू जानो ही सब सैं, सब नूं जाना देने वाला तू है, दे लैसें जिंद कवाओ। उसे हुक्म नाल जिंद दे रहे हैं, उसे हुक्म नाल जिंद लै रहे हैं। आप खड़ रहे हैं, आप कर रहे हैं, आप दे रहे हैं, आप लै रहे हैं जान। हुण ये जिहड़ी चीज़ आ, बंदा इस निज़ाम नूं समझ लवे, हुक्म रज़ा दी कॉन्सैप्ट फिर समझ आ जाती है। इहदे विच जमना भी समझ आउंदा, मरना भी समझ आउंदा है। फिर एक जर्नी इंजॉय करता बंदा धरती ते। यही रूहानी तौर पर बंदे की प्राप्ति है गुरमत आशे दे विच। जिथे साहब कहिंदे आप खड़ो मैं आप कर आपी ने आपा, अल्टीमेटली तू आप ही आप है। जो शब्द पढ़ते कत जाइया रे कर लागो रंग, बंदा कहिंदा अब दुख फिर सुख। ये धरती ते मैं बड़ा इब्राहिमी स्कूल दे विच एक लिटरेचर च कुछ पढ़ रहा सीगा कि किसी जगह ते एक धार्मिक स्थान बन रहा है, तो उस धार्मिक स्थान नूं बनाउण दे विच जिहड़ा राजा आ वो आप सारा पैसा लगा रहा है, तो जिहड़े लोकल लोग ने उत्थे उन्होंने किसी नूं कंट्रीब्यूट नहीं करन दिता जाता, तो लोग चाहते हैं असीं भी कंट्रीब्यूट करिए। उहदे बाबत आस्था ये है कि जो इत्थे इस धार्मिक स्थान नूं उसारन विच इट्टां लगणगियां, पैसा लगेगा, उसनूं
ਅਗਲੇ ਜਹਾਨ ਸਵਰਗ ਵਿੱਚ ਘਰ ਬਣੇਗਾ ਉਹਦਾ। ਲੋਕ ਚਾਹੁੰਦੇ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ। ਹਾਲਾਂਕਿ ਕਹਾਣੀ ਦੇ ਕਈ ਕੋਣ ਨੇ, ਪਰ ਮੈਂ ਮੌਲਿਕ ਰੂਪ ਵਿੱਚ ਬਾਤ ਕਰਦਾ। ਉੱਥੇ ਗਰੀਬ ਘਾਈਆ ਹੈ ਕੋਈ, ਉਹ ਘਾਹ ਦੀ ਪੰਡ ਦੇ ਵਿੱਚ ਕੋਈ 2-4 ਇੱਟਾਂ ਬੰਨ੍ਹ ਲੈਂਦਾ ਹੈ, ਅਤੇ ਜਿੱਥੇ ਕਰਕੇ ਉਹ ਮਕਾਨ ਬਣ ਰਿਹਾ ਹੈ ਉਸ ਧਾਰਮਿਕ ਸਥਾਨ ਨੂੰ ਕਹਿ ਲਓ, ਰੱਬ ਦਾ ਨਾਂ ਦਾ ਸਥਾਨ ਕਹਿ ਲਓ, ਅਤੇ ਉਹਦੇ ਨੇੜੇ ਆ ਕੇ ਉਹ ਘਾਹ ਦੀ ਪੰਡ ਖੋਲ੍ਹ ਦਿੰਦਾ ਹੈ। ਇੱਕਦਮ ਉਹ ਸਿਪਾਹੀ ਆ ਜਾਂਦੇ ਨੇ, ਭਾਈ ਤੂੰ ਕਿਵੇਂ ਆ ਗਿਆ ਇੱਥੇ? ਉਹ ਕਹਿੰਦਾ ਵੀ ਗਲਤੀ ਹੋ ਗਈ। ਫਟਾਫਟ ਘਾਹ ਦੀ ਪੰਡ ਇਕੱਠੀ ਕਰਦਾ ਹੈ। ਇਕੱਠੀ ਕਰਨ ਦੇ ਦੌਰਾਨ ਉਹ 3-4 ਇੱਟਾਂ ਉਹਨਾਂ ਇੱਟਾਂ 'ਚ ਰਲਾ ਦਿੰਦਾ ਹੈ। ਆਪ ਫਟਾਫਟ ਘਾਹ ਦੀ ਪੰਡ ਬੰਨ੍ਹਦਾ ਹੈ ਅਤੇ ਤੁਰ ਜਾਂਦਾ ਹੈ। ਅਗਲੀ ਰਾਤ ਉਸ ਰਾਜੇ ਨੂੰ ਸੁਪਨਾ ਆਉਂਦਾ ਹੈ। ਸੁਪਨੇ 'ਚ ਉਹ ਦੇਖਦਾ ਹੈ, ਪਹਿਲਾਂ ਤਾਂ ਰੋਜ਼ ਸੁਪਨਾ ਦੇਖਦਾ ਸੀਗਾ, ਉਹ ਬਹਿਸ਼ਤ 'ਚ ਇਕੱਲਾ ਤੁਰਿਆ ਫਿਰਦਾ ਹੈ। ਅੱਜ ਉਹ ਘਾਈਆ ਵੀ ਤੁਰਿਆ ਫਿਰਦਾ ਨਾਲ। ਉਹ ਬੜਾ ਹੈਰਾਨ ਹੁੰਦਾ ਹੈ। ਉਹ ਕਹਿੰਦਾ ਹੱਦ ਹੋ ਗਈ, ਇਹ ਘਾਈਆ ਕਿੱਥੋਂ ਆ ਗਿਆ? ਅਗਲੇ ਦਿਨ ਸਿਪਾਹੀਆਂ ਨੂੰ ਬੁਲਾਉਂਦਾ। ਸਿਪਾਹੀਆਂ ਨੂੰ ਬੁਲਾ ਕੇ ਉਹਨੂੰ ਕਹਿੰਦਾ ਵੇਰਵੇ ਐਵੇਂ ਦਾ ਬੰਦਾ ਦੇਖਿਆ? ਉਹ ਕਹਿੰਦੇ ਜੀ ਕੱਲ੍ਹ ਦੇਖਿਆ, ਘਾਈਆ ਸੀਗਾ, ਤੂੰ ਇੱਥੇ ਇਸ ਤਰੀਕੇ ਦੇ ਨਾਲ ਤੁਰਿਆ ਫਿਰਦਾ ਸੀਗਾ। ਬੁਲਾਇਆ। ਉਹ ਕਹਿੰਦਾ ਓਏ ਤੂੰ ਇਸ ਜਿਹੜਾ ਖੁਦਾ ਦੇ ਨਾਂ ਦਾ ਘਰ ਬਣਾ ਰਿਹਾ ਮੈਂ, ਇਹਦੇ 'ਚ ਕੁਝ ਹਿੱਸਾ ਪਾਇਆ? ਉਹ ਕਹਿਣ ਲੱਗਾ ਦਾ ਮਤਲਬ ਤੂੰ ਵੇਖ ਲਿਆ ਸਾਰਾ ਕੁਛ, ਮੈਂ ਪਹੁੰਚ ਗਿਆ ਜੰਨਤ 'ਚ ਦਾ ਮਤਲਬ? ਉਹ ਕਹਿੰਦਾ ਹਾਂ ਵੇਖ ਲਿਆ। ਤੂੰ ਵੇਖ ਲਿਆ ਨਾ ਇਸ ਰੂਪ ਵਿੱਚ? ਕਹਿੰਦਾ ਹਾਂ ਵੇਖ ਲਿਆ। ਕਹਿੰਦਾ ਬਸ ਫਿਰ ਹੁਣ ਭਾਵੇਂ ਮਾਰ ਦੇ, ਆਪਾਂ ਘਰ ਬਣਾ ਲਿਆ, ਅੱਗੇ ਆਪਾਂ ਤਿਆਰ ਹਾਂ। ਹੁਣ ਇਹੋ ਜਿਹੀਆਂ ਕਹਾਣੀਆਂ ਨੋ ਡਾਊਟ ਬੜੀਆਂ ਇੰਸਪਾਇਰਿੰਗ ਲੱਗਦੀਆਂ ਨੇ, ਬੜੀ ਇੰਸਪੀਰੇਸ਼ਨ ਮਿਲਦੀ ਹੈ ਦਾਨ ਪੁੰਨ ਵਾਸਤੇ, ਧਾਰਮਿਕ ਸਥਾਨਾਂ 'ਚ ਕੰਟਰੀਬਿਊਟ ਕਰਨ ਵਾਸਤੇ। ਬਟ ਅਲਟੀਮੇਟ ਇਹਦਾ ਜਿਹੜਾ ਗੋਲ ਆ ਉਹ ਹੈ ਵੀ ਇਹ ਧਰਤੀ ਦੇ ਉੱਤੇ ਭਾਵੇਂ ਬੰਦਾ ਅੱਜ ਹੀ ਮਰ ਜਾਏ, ਸਵਰਗ ਜਾਣਾ ਹੈ। ਇੱਥੋਂ ਲੋਕਾਂ ਨੇ ਸੁਸਾਈਡ ਕਰਨ ਦੀ ਬਾਤ ਵੀ ਕੀਤੀ ਧਾਰਮਿਕ ਦੁਨੀਆ ਦੇ ਵਿੱਚ। ਗੁਰਮਤਿ ਨੇ ਕਿਹਾ ਜੀਵਨ ਹੈ, ਇਹਨੂੰ ਮਾਣੋ, ਹੰਡਾਓ, ਆਖਰੀ ਸਾਹ ਤੱਕ ਹੰਡਾਓ, ਵਿਵੇਕੀ ਹੋਵੋ। ਇਹ ਖਤਮ ਕਰਨ ਵਾਸਤੇ ਨਹੀਂ ਮਿਲਿਆ। ਹੁਣ ਆਹ ਜਿਹੜਾ ਰੂਪ ਆ ਗੁਰੂ ਸਾਹਿਬ ਨੇ ਬਿਆਨ ਕੀਤਾ, ਕਿੱਥੇ ਜਾਣਾ ਆ? ਜੋ ਸਵਰਗ ਹੈ, ਜੋ ਨਰਕ ਹੈ, ਜੋ ਬੰਦੇ ਦਾ ਸੁਖ ਹੈ, ਬੰਦੇ ਨੇ ਜਿਉਂਦੇ ਜੀ ਕੈਰੀ ਕਰਨਾ ਉਸ। ਇੱਥੇ ਮਹਾਰਾਜ ਬਿਆਨ ਕਰ ਰਹੇ ਨੇ, ਕਰ ਆਪੀ ਨੇ ਆਪਾ ਗੁਰਮੁਖ ਸੇਵਾ ਥਾਏ ਪਵੈ ਉਨਮਨ ਤਤ ਕਮਾ। ਕਿਆ ਗੁਰਮੁਖ ਸੇਵਾ ਥਾਏ ਪਵੈ, ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੋ ਗਿਆ ਉਹਦੀ ਸੇਵਾ ਥਾਏ ਪੈ ਗਈ। ਅੱਗੇ ਮਸ਼ੱਕਤ ਕਰਨ ਦੀ ਗੱਲ ਵੀ ਆ ਰਹੀ ਹੈ ਸ਼ਬਦ ਦੇ ਵਿੱਚ। ਹੁਣ ਇਹ ਹੈ ਜੀ, ਸਭ ਕੁਝ ਹੀ ਸੇਵਾ ਆ। ਸਾਹ ਲੈਣਾ ਵੀ ਸੇਵਾ ਆ, ਖਾਣਾ ਵੀ ਸੇਵਾ ਆ। ਮੈਂ ਤੇ ਕਾਉਂਸਲਿੰਗ ਵਿੱਚ ਕੋਈ ਲੰਬੇ ਸਮੇਂ ਤੋਂ ਕਈ ਵਾਰ ਇਹੋ ਜਿਹੇ ਹਾਲਾਤ ਵੀ ਬਣਦੇ, ਕੋਈ ਬੰਦਾ ਸੁਸਾਈਡਲ ਹੈ, ਉਹਦੇ ਨਾਲ ਬੈਠਣਾ ਪੈਂਦਾ, ਫੋਨ 'ਤੇ ਗੱਲ ਹੋ ਰਹੀ ਹੈ ਅਤੇ ਉਹ ਕਹਿੰਦਾ ਵੀ ਆਈ ਵਾਂਟ ਟੂ ਕਿਲ ਮਾਈ ਸੈਲਫ, ਆਈ ਵਾਂਟ ਟੂ ਡਾਈ। ਹੁਣ ਤੁਹਾਨੂੰ ਦੱਸਿਆ ਜਾਂਦਾ ਹੈ ਭਾਈ ਤੈਨੂੰ ਇਹਨਾਂ ਸਾਹਾਂ ਨੂੰ ਚੱਲਦੇ ਰੱਖਣਾ ਚਾਹੀਦਾ ਹੈ। ਉਹ ਕਹਿੰਦਾ ਨੋ, ਆਈ ਡੋਂਟ ਵਾਂਟ ਟੂ ਡੂ ਇਟ। ਭਾਈ ਸਾਹ ਚੱਲਦੇ ਰੱਖ, ਕਾਹਦੇ ਵਾਸਤੇ? ਉਸ ਮਾਂ ਨੂੰ ਯਾਦ ਕਰ ਜਿਹਨੇ ਕਿੰਨੀਆਂ ਤਕਲੀਫਾਂ ਨਾਲ ਚੱਲੀਆਂ ਹੋਣਗੀਆਂ ਤੈਨੂੰ ਧਰਤੀ ਤੇ ਲਿਆਉਣ ਵਾਸਤੇ। ਇਸ ਕਰਕੇ ਤੈਨੂੰ ਲਿਆਂਦਾ ਤਾਂ ਕਿ ਤੂੰ ਅੱਜ ਇਹ ਕੰਮ ਕਰੇ। ਸੋਚ, ਉਸ ਬਾਪ ਬਾਰੇ ਸੋਚ ਜਿਹਨੇ ਪਤਾ ਨਹੀਂ ਕਿੰਨੇ ਤਰੱਦਦ, ਕਿੰਨੇ ਤਸ਼ੱਦਦ ਸਹੇ ਹੋਣਗੇ, ਪਰ ਤੇਰੇ ਵਾਸਤੇ ਉਹ ਬ੍ਰੈਡ ਵਿਨਰ ਬਣਿਆ ਹੋਏਗਾ, ਤੇਰੀਆਂ ਲੋੜਾਂ ਪੂਰੀਆਂ ਕੀਤੀਆਂ ਹੋਣਗੀਆਂ ਤੈਨੂੰ। ਭਾਈ ਸੁਸਾਇਟੀ 'ਚ ਵੇਖ ਕਿੰਨਿਆਂ ਲੋਕਾਂ ਨੇ ਕੰਟਰੀਬਿਊਟ ਕੀਤਾ ਹੋਣਾ ਕਿਸੇ ਸੋਸ਼ਲ ਸਟਰਕਚਰ ਨੂੰ ਬਿਲਡ ਕਰਨ ਵਾਸਤੇ। ਅੱਜ ਅਸੀਂ ਨੇਟਿਵ ਕਮਿਊਨਿਟੀ ਦੇ ਇੱਥੇ ਕੁਝ ਬੱਚਿਆਂ ਦੇ ਕੰਕਾਲ ਲੱਭੇ ਨੇ ਵੈਨਕੂਵਰ ਸਾਈਡ, ਤੁਸੀਂ ਨਿਊਜ਼ ਸੁਣ ਰਹੇ ਹੋਵੋਗੇ, ਬੜੀ ਚਰਚਾ ਹੋ ਰਹੀ ਹੈ ਇਸ ਰੂਪ ਦੇ ਵਿੱਚ। ਕਲੋਨੀਅਲ ਸਿਸਟਮ ਦੀ ਬੜੀ ਨਿਖੇਧੀ ਹੋ ਰਹੀ ਹੈ, ਪਹਿਲਾਂ ਤੋਂ ਹੋ ਰਹੀ ਹੈ, ਨੋ ਡਾਊਟ। ਅਸੀਂ ਖੁਦ ਉਹਦੇ ਵਿਕਟਿਮ ਆ ਬੜੇ ਵੱਡੇ। ਪਰ ਸੱਚਾਈ ਇਹ ਹੈ, ਸਮਾਜਾਂ ਨੂੰ ਕਿਸੇ ਲੈਵਲ ਤੇ ਲਿਆਉਣ ਵਾਸਤੇ, ਜੇ ਅੱਜ ਦੀ ਤੁਸੀਂ ਆਈਡੀਅਲ ਗੱਲ ਕਰੋ, ਕੈਨੇਡਾ ਇਜ਼ ਅ ਆਈਡੀਅਲ ਨੇਸ਼ਨ ਵਿਦਆਊਟ ਐਨੀ ਡਾਊਟ। ਤੁਸੀਂ ਦੁਨੀਆ ਦੇ ਕਿਸੇ ਖਿੱਤੇ ਨੂੰ ਜਿਹਨੂੰ ਨੇਸ਼ਨ ਕਿਹਾ ਜਾਂਦਾ ਅੱਜ ਦੀ ਤਾਰੀਖ ਦੇ ਵਿੱਚ, ਉਹਨੂੰ ਕੈਨੇਡਾ ਨਾਲ ਕੰਪੇਅਰ ਕਰੋ, ਤੁਹਾਨੂੰ ਪਤਾ ਲੱਗੇਗਾ ਜੇ ਰਹਿਣਾ ਹੋਏ ਤਾਂ ਇਹੋ ਜਿਹੇ ਮੁਲਕ 'ਚ ਰਹੋ, ਹੋਰ ਤਾਂ ਕਿਤੇ ਰਹਿਣ ਦਾ ਫਾਇਦਾ ਹੀ ਕੋਈ ਨਹੀਂ। ਪਰ ਇਹ ਉਸ ਕਲੋਨੀਅਲ ਪੀਰੀਅਡ ਦਾ ਹੀ ਇੱਕ ਬਾਏ ਪ੍ਰੋਡਕਟ ਹੈ। ਜੇ ਅੱਜ ਇਸ ਜਗ੍ਹਾ ਤੇ ਖੜੇ ਹਾਂ ਤੇ ਇਸ ਜਗ੍ਹਾ ਤੇ ਗੁੱਸੇ ਵਿੱਚ,
ਉਹ ਸਾਰੇ ਕਾਸੇ ਦੇ ਇਤਿਹਾਸ ਨੂੰ ਵੇਖ ਕੇ ਬੰਦਾ ਇਸ ਸਾਰਿਆਂ ਨੂੰ ਉਜਾੜਨ ਤੇ ਆ ਜਾਏ। ਭਾਈ ਭਾਵੇਂ ਕਿਸੇ ਨੇ ਕਿਸੇ ਤਰੀਕੇ ਦਾ ਕੰਟਰੀਬਿਊਟ ਕੀਤਾ, ਭਾਈ ਉਹਦਾ ਕੰਟਰੀਬਿਊਸ਼ਨ ਤੇ ਹੈ। ਜਦੋਂ ਅੱਜ ਟਰੁੱਥ ਐਂਡ ਕੰਸੋਲੀਡੇਸ਼ਨ ਦੀ ਗੱਲ ਹੋ ਰਹੀ ਹੈ ਇੱਥੇ ਵੀ, ਭਾਈ ਉਹਨੂੰ ਕਿਸੇ ਤਰੀਕੇ ਦੇ ਨਾਲ ਦੁਬਾਰਾ ਲਿਆਂਦਾ ਜਾਏ। ਇਹੀ ਹੈ, ਗਲਤੀਆਂ ਤੋਂ ਲਰਨ ਕਰੀਏ, ਅੱਗੇ ਨਾ ਹੋਣ ਉਹਦੇ ਵਾਸਤੇ ਅੱਗੇ ਵਧੀਏ। ਇਹ ਸਭ ਚੀਜ਼ਾਂ ਹੋ ਰਹੀਆਂ। ਸੋ ਮਾਂ ਬਾਪ ਦਾ ਯੋਗਦਾਨ ਹੈ, ਸੋਸਾਇਟੀ ਦਾ ਯੋਗਦਾਨ ਹੈ, ਇੰਸਟੀਟਿਊਸ਼ਨ ਦਾ, ਸਾਰੀਆਂ ਚੀਜ਼ਾਂ ਦਾ। ਤੇ ਅੱਜ ਤੈਨੂੰ ਕਿਹਾ ਜਾ ਰਿਹਾ ਹੈ ਭਾਈ ਨਾ ਸਾਹਾਂ ਨੂੰ ਚੱਲਦਾ ਰਹਿਣ ਦੇ। ਡੋਂਟ ਟਰਾਈ ਟੂ ਸਟਾਪ them ਫੋਰਸਫੁਲੀ। ਇੰਨੀ ਜੋਬ ਹੀ ਤੇ ਹੈ, ਬੰਦੇ ਨੂੰ ਕਿਸੇ ਤਰੀਕੇ ਦੇ ਨਾਲ ਇਹਦੇ ਵਾਸਤੇ ਕਨਵਿੰਸ ਕਰ ਲਿਆ ਜਾਏ। ਸੇਵਾ ਆ, ਉਹਦੇ ਦੁਆਰਾ ਇਹਨੂੰ ਚੱਲਦੇ ਰੱਖਣਾ ਸੇਵਾ ਆ। ਜੇ એનર્ਜੀ ਲਗਾਤਾਰ ਇਸ ਤਰ੍ਹਾਂ ਹੈਪਨ ਹੁੰਦੀ ਜਾਏਗੀ, ਚੱਲਦੀ ਜਾਏਗੀ, ਜਨਰੇਟ ਕਰੇਗੀ ਸੁੱਖ, ਸੁਵਿਧਾਵਾਂ, ਚੰਗਿਆਈਆਂ, ਅੱਛਾਈਆਂ, ਆਲੇ ਦੁਆਲੇ ਕੁਝ ਨਾ ਕੁਝ ਕੰਟਰੀਬਿਊਟ ਕਰੇਗੀ। ਆਹੀ ਹੈ ਗੁਰਮਤ, ਇਹ ਸੇਵਾ ਆ। ਇਹ ਵੀ ਸੱਚਾਈ ਹੈ, ਡਿਸਟਰੈਕਸ਼ਨ ਵੀ ਕਰ ਸਕਦੀ ਹੈ, ਨੁਕਸਾਨ ਵੀ ਕਰ ਸਕਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਹੋ ਜਾ। ਇਹੋ ਜਿਹੀ ਸਿੱਖਿਆ ਲੈ, ਮੂੰਹ ਉਸ ਪਾਸੇ ਕਰ ਜਿੱਥੋਂ ਤੇਰੇ ਅੰਦਰ ਵਿਵੇਕ ਆਵੇ, ਗੁਰ ਆਵੇ, ਜਿੱਥੇ ਤੇਰੇ ਅੰਦਰ ਉਹ ਹਾਇਰ ਲੈਵਲ ਦੇ, ਉਹ ਵਾਈਜ਼ ਲੈਵਲ ਦੇ ਥਾਟਸ ਆਉਣ, ਜਿਨ੍ਹਾਂ ਨੂੰ ਤੂੰ ਜਦੋਂ ਅਪਲਾਈ ਕਰੇ, ਜਿਨ੍ਹਾਂ ਨੂੰ ਤੂੰ ਜਦੋਂ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਉਸ ਤਰੀਕੇ ਨਾਲ ਮੈਨੀਫੈਸਟ ਕਰੇ। ਭਾਈ ਉਹਦੇ ਵਿੱਚੋਂ ਸੇਵਾ ਦਾ ਫਲ ਨਿਕਲੇ, ਚੰਗੇ ਰਿਜ਼ਲਟਸ ਨਿਕਲਣ। ਗੁਰੂ ਬਾਬਾ ਜੀ ਨੇ ਕਿਹਾ ਗੁਰਮੁਖ ਸੇਵਾ ਥਾਏ ਪਵੈ, ਉਨਮਨ ਤਤ ਕਮਾ। ਉਨਮਨ ਤਤ, ਦੇਖੋ ਸੇਵਾ ਤੇ ਸਾਰੇ ਕਾਸੇ ਦੀ ਹੈ। ਮੇਰੇ ਨਿਜ ਵਾਸਤੇ ਮੈਂ ਕੀ ਕਮਾਉਣਾ ਹੈ? ਨਿਜ ਵਾਸਤੇ ਤੇ ਮਨ ਦੀ ਕਮਾਈ ਹੈ। ਮਨ ਦੀ ਇੱਕ ਅਵਸਥਾ, ਇੱਕ ਸਟੇਟ ਆਫ ਮਾਈਂਡ ਅਰਨ ਕਰਨੀ ਅਸੀਂ ਸਾਰਿਆਂ ਨੇ। ਜਿੰਨੀ ਦੇਰ ਜੀਵਨ 'ਚ ਰਹਿਣਾ ਉਨੀ ਦੇਰ ਤੱਕ। ਉਨਮਨ, ਇਹਦੀ ਵਿਆਖਿਆ ਜੇ ਤੁਸੀਂ ਸ਼ਬਦਕੋਸ਼ ਚੈੱਕ ਕਰੋਗੇ ਤਾਂ ਉਨਮਨ ਦਾ ਮਤਲਬ, ਕੋਈ ਸ਼ਬਦਕੋਸ਼ ਖਿੰਡਿਆ ਹੋਇਆ ਮਨ ਵੀ ਕਹਿੰਦੇ ਨੇ, ਪਰ ਐਕਚੁਅਲੀ ਗੁਰਮਤ ਨੇ ਇਹ ਵਕੈਬਲਰੀ ਕਾਫੀ ਪੁਰਾਣੀ ਹੈ, ਭਾਰਤੀ ਖਿੱਤੇ 'ਚ ਯੂਜ਼ ਕੀਤੀ ਜਾਂਦੀ, ਜਿਹਨੂੰ ਤੁਰੀਆ ਅਵਸਥਾ ਕਿਹਾ ਗਿਆ, ਜਿਹਨੂੰ ਚੌਥੀ ਪੌੜੀ ਗੁਰਮੁਖ ਉੱਚੀ, ਉੱਥੀ ਉਹਦੇ ਨਾਲ ਅਵਸਥਾ ਨਾਲ ਕਿਹਾ ਗਿਆ। ਜਿੱਥੇ ਤ੍ਰੈ ਗੁਣ ਰਜੋ ਤਮੋ ਸਦੋ ਦਾ ਪ੍ਰਭਾਵ ਨਾ ਰਹੇ, ਉਹ ਉਨਮਨ 'ਚ ਅਵਸਥਾ ਆ। ਮੌਲਿਕ ਗੱਲ ਇਹ ਹੈ ਜਿੱਥੇ ਮਨ ਦੀ ਦੁਨੀਆ ਬਹੁਤ ਜ਼ਿਆਦਾ ਖੰਡਿਤ ਨਾ ਹੋਏ, ਖਾਹਿਸ਼ਾਂ ਦੇ ਵਿੱਚ, ਇੱਛਾਵਾਂ ਦੇ ਵਿੱਚ, ਵਿਸ਼ਸ ਤੇ ਡਿਜ਼ਾਇਰਸ ਦੇ ਵਿੱਚ ਕੋਲੈਪਸ ਨਾ ਕਰੇ। ਬੰਦਾ ਜਿਤਨਾ ਮਨ ਕਰਕੇ ਖਿੰਡਿਆ ਹੁੰਦਾ ਹੈ, ਉਹ ਕਮਜ਼ੋਰੀ ਉਹਦੇ ਬੋਲਣ ਵਿੱਚੋਂ, ਉਹਦੇ ਤੁਰਨ ਫਿਰਨ ਵਿੱਚੋਂ, ਉਹਦੇ ਲੋਕਾਂ ਤੇ ਆਲੇ ਦੁਆਲੇ ਨਾਲ ਡੀਲ ਕਰਨ ਵਿੱਚੋਂ ਨਜ਼ਰ ਆ ਜਾਂਦੀ ਹੈ। ਫਿਰ ਇਹਦੇ ਵਿੱਚੋਂ ਜੋ ਪ੍ਰਾਪਤ ਹੁੰਦਾ ਹੈ ਉਹਨੂੰ ਫਿਰ ਮਨ ਰਿਜ਼ਲਟ ਦੇ ਤੌਰ ਤੇ ਲੈਣਾ ਨਹੀਂ ਚਾਹੁੰਦਾ। ਹੁਣ ਲੱਗਦਾ ਵੀ ਇਹਦੇ ਨਾਲ ਤੇ ਮੇਰੀ ਬੇਇੱਜ਼ਤੀ ਹੋ ਰਹੀ ਹੈ, ਮੈਨੂੰ ਲੋਕ ਹਾਸਾ ਠੱਠਾ ਕਰ ਰਹੇ, ਮੇਰੀ ਤੇ ਹਾਲ, ਮੈਂ ਜੱਜ ਹੋ ਰਿਹਾ ਵਾਂ, ਖੁਦ ਆਪਣੇ ਆਪ ਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ। ਇਸ ਕਰਕੇ ਸਾਹਿਬ ਨੇ ਕਿਹਾ ਉਨਮਨ, ਇਹੋ ਜਿਹਾ ਗਿਆਨ, ਸਮਝ, ਸੋਝੀ, ਸਿੱਖਿਆ ਲਗਾਤਾਰ ਅਰਨ ਕਰਦਿਆਂ ਕਰਦਿਆਂ ਤੱਤ ਪ੍ਰਾਪਤ ਕਰ ਲਿਆ। ਕਿਆ ਉਨਮਨ ਤੱਤ ਕਮਾਹ, ਮਸ਼ੱਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾ। ਮਸ਼ੱਕਤ ਲਹੋ ਮਜੂਰੀਆਂ, ਜਦੋਂ ਕੋਈ ਆਪਾਂ ਮਿਹਨਤ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਉਹਦੇ ਇਵਜ ਵਿੱਚ ਸਾਨੂੰ ਉਹਦਾ ਕੁਝ ਮਜ਼ਦੂਰੀ ਮਿਲਦੀ ਹੈ, ਕੁਝ ਉਹਦਾ ਰਿਜ਼ਲਟ ਮਿਲਦਾ ਆ। ਇਸ ਤਰ੍ਹਾਂ ਕਹਿ ਲਵੋ ਕਿ ਤੁਸੀਂ ਕੰਮ ਕੀਤਾ, ਕੰਮ ਕਰਨ ਤੋਂ ਬਾਅਦ ਤੁਸੀਂ ਕਿਹਾ ਕਿ ਭਾਈ ਮੈਨੂੰ ਉਹਦੀ ਇਤਨੀ ਮੇਰੀ ਫੀਸ ਬਣਦੀ, ਉਹ ਫੀਸ ਦਿਓ। ਜਦੋਂ ਅਸੀਂ ਅੱਜ ਦੇ ਮਾਡਰਨ ਵਰਲਡ 'ਚ ਆ ਗਏ ਹਾਂ, ਇਹਦੇ 'ਚ ਕੰਮ ਕਰਨ ਤੋਂ ਪਹਿਲਾਂ ਕੰਮ ਦਾ ਇਵਜ਼ਾਨਾ, ਵਜ਼ੀਫਾ ਤੈਅ ਹੁੰਦਾ ਹੈ। ਇਸ ਲਈ ਲੋਕ ਇੰਟਰਵਿਊ 'ਤੇ ਜਾਂਦੇ ਨੇ, ਉੱਥੇ ਬਕਾਇਦਾ ਤੌਰ 'ਤੇ ਉਹਨਾਂ ਨੂੰ ਆਫਰ ਦਿੱਤੀ ਜਾਂਦੀ ਹੈ ਅਤੇ ਉਹ ਆਪਣੀ ਜੋਬ ਲੈਟਰ ਕਹਿ ਲਓ, ਆਫਰ ਲੈਟਰ ਕਹਿ ਲਓ, ਸਾਈਨ ਕਰਦੇ ਨੇ। ਸੋ ਪਹਿਲਾਂ ਤੈਅ ਹੋ ਜਾਂਦਾ ਕਿ ਭਾਈ ਤੂੰ ਕੰਮ ਆ ਕਰਨਾ, ਉਹਦੇ ਬਦਲੇ 'ਚ ਆ ਮਜ਼ਦੂਰੀ ਮਿਲੇਗੀ, ਤੈਨੂੰ ਮੰਗਣ ਦੀ ਲੋੜ ਨਹੀਂ ਪਏਗੀ। ਪਰ ਸਮਾਜ 'ਚ ਇਹੋ ਜਿਹਾ ਦੇਖਿਆ ਅਜੇ ਤੱਕ ਵੀ, ਜਿਹੜੇ ਕੁਝ ਇਹੋ ਜਿਹੇ ਪ੍ਰੋਫੈਸ਼ਨ ਨੇ ਜਿਹੜੇ ਰਜਿਸਟਰਡ ਨਹੀਂ ਹੁੰਦੇ, ਜ਼ਬਾਨੀ ਕਲਾਮੀ ਲੋਕੀ ਕੰਮ ਕਰਾ ਲੈਂਦੇ, ਕੋਈ ਕੰਸਟਰਕਸ਼ਨ ਦਾ, ਕੋਈ ਹੋਰ ਇਹੋ ਜਿਹਾ, ਭਾਈ
वो कहता अच्छा किन्ने पैसे, इन्ने डॉलर बनणगे भाई, इन्ने ठीक है जी। काम करता, मुड़ के उन्होंने जाके मंगना पिया, भाई मेरी मजदूरी दे भाई, मैं तेरा काम किया आ। सो इस किस्म तुसीं अज भी देखते हो। पर हाँ, समाज सुधरिया आ, ਉਹਦੇ ਕੰਮ ਤੋਂ ਪਹਿਲਾਂ ਸਭ ਕੁਝ ਤੈਅ ਹੋ ਜਾਂਦਾ, ਕੰਡੀਸ਼ਨਸ ਤੈਅ ਹੋ ਜਾਂਦੀਆਂ, ਸ਼ਰਤਾਂ ਸਭ ਮਜ਼ਦੂਰੀ ਦੀ ਸਭ ਉਸ ਰੂਪ ਦੇ ਵਿੱਚ। ਇੱਥੇ ਗੁਰੂ ਬਾਬਾ ਜੀ ਬਾਤ ਜਿਹੜੀ ਕਰਦੇ, ਕਹਿੰਦੇ ਵੀ ਮਸ਼ੱਕਤ ਲਹੋ ਮਜ਼ਦੂਰੀਆਂ, ਇਹੋ ਜਿਹੀ ਮਸ਼ੱਕਤ ਜੀਵਨ 'ਚ ਕਰਨੀ ਆ ਜਾਏ ਤੇ ਮਸ਼ੱਕਤ ਹੋਰ ਕੁਝ ਨਹੀਂ। ਮੈਂ ਫਿਰ ਬੇਨਤੀ ਕਰਾਂ, ਜੀਵਨ ਜਿਉਣਾ ਹੀ ਮਸ਼ੱਕਤ ਹੈ। ਇਹੀ ਹਾਰਡ ਲੇਬਰ ਹੈ ਜਿਹੜੀ ਬੰਦੇ ਤੋਂ ਨਹੀਂ ਹੋ ਪਾਉਂਦੀ। ਕਈ ਵਾਰੀ ਬੰਦਾ ਗਿਵ ਅਪ ਕਰ ਜਾਂਦਾ ਹੈ। ਇੱਕ ਸਟੂਡੈਂਟ ਆ, ਉਹਦੀ ਜੋਬ ਪੜ੍ਹਨਾ ਆ, ਉਹ ਪੜ੍ਹ ਨਹੀਂ ਪਾਉਂਦਾ। ਇੱਕ ਬੇਟਾ ਆ, ਬੇਟੀ ਹੈ, ਉਹਦੀ ਜੋਬ ਆਪਣੇ ਚਾਈਲਡਹੁੱਡ ਨੂੰ ਮਾਣਦਿਆਂ ਹੋਇਆ ਆਪਣੇ ਉਸ ਰੋਲ ਨੂੰ ਪਲੇ ਕਰਨਾ ਆ, ਕਰ ਨਹੀਂ ਪਾਉਂਦਾ। ਐਗਜ਼ੈਕਟਲੀ ਸਮਾਜ 'ਚ ਅੱਗੇ ਤੁਸੀਂ ਦੇਖਦੇ ਜਾਓ, ਮਸ਼ੱਕਤ ਨਹੀਂ ਹੋ ਪਾ ਰਹੀ ਬੰਦੇ ਤੋਂ। ਬੰਦਾ ਗਿਵ ਅਪ ਕਰ ਜਾਂਦਾ, ਚੀਟ ਕਰ ਜਾਂਦਾ, ਬੰਦਾ ਉਹ ਸਾਰਿਆਂ ਨੂੰ ਪ੍ਰੋਪਰਲੀ ਫੋਲੋ ਨਹੀਂ ਕਰ ਪਾਉਂਦਾ। तो माफ़ी मंगांगा, फिर शिकायतां करदा, ओहो महाराज कहते जे मशक्कत सही की होए तो मजदूरी भी सही मंग सकना है। कई बार बंदा कहता मैं काम किया, मैनू मेरा हिस्सा दो, कहते ना भी काम नहीं ठीक किया, इस करके यू डोंट डिजर्व इट, आई कैन नॉट गिव यू। इत्थे गुरु बाबा जी कहते दाता तेरे तो इस चीज़ की मजूरी मंग रहा, मशक्कत लहो मजूरियां, मंग मंग खसम दरां। ਇਹੋ जी मशक्कत करो तो मजदूरियां प्राप्त होण, पर वो मजदूरियां भी की ने, मंग मंग खसम दरां। इस मुशक्कत की मजदूरी फिर बंदा मंगदा, दाता तू मौका दिता मैनू, मैं सवास हंडाए, उन्हां सवासां दे जरिए मैं तेरे दर ते परवान पै सकिया। मेरी तेरे अगे अरदास है, मैनू होर सवास दे। एक्चुअली ये मंग जो जीवन की मंग है ना, दातां दी मंग है और औलादां दी मंग है। तो सिक्खी च बचन पढ़ो, अस शब्द पढ़ते हैगे आ कि सब जिक्र करते, वधी वेल बहु पीढ़ी चाली, धर्म कला हर बंद बहाली, जमया पूत भगत गोबिंद का। वो थानगा कहती गुरु हरगोबिंद साहब जी के प्रकाश के बाद गुरु अर्जन साहब ने शब्द उच्चरित किया। एक्चुअली मायने देखो ये की ने। अज रीसेंटली न्यूज़ है, आपने शायद पढ़ी हुए, चाइना ने कभी एक बच्चे की पॉलिसी बनाई सी, दैन दे चेंज्ड इट इन 2 kids. नाउ दे एक्चुअली ट्राइंग टू give some sort of incentive for 3 kids. भी साडे कपल जिहड़े ने 3-3 बच्चे दे घट तो घट होण। साडा सिक्खी आशे दे सानू बहुत कुछ सोचण दी लोड़ है। असी कहने हैगे आ सिख बड़ा वधिया स्कूल ऑफ थॉट आ, सिख परिवार इस तरह हुंदा, सिखां कोल बड़ी, पर असी कंट्रीब्यूट करने दे लैवल ते आईए, पहले नंबर ते परिवारक जिंदगी नूं तरजीह नहीं देंदे। घरां दे च बच्चे ने, माँ बाप ने या होर रिश्ते नाते ने, असी कितना क टाइम दिंदे आ। फिर ये भी सच्चाई है, उन्होंने बहुत छोटे तो छोटा करते लगे गए। अज हालत यह बन गई है कि साडी नफरी जिहड़ी है वो हर जगह के उत्ते असी मिनोरिटी तो मिनोरिटी होई तुरे लगे जा रहे हैं। चाइना बहुत जल्दी इस बाबत अवेयर हो गया कि ओ हो नंबर ड्रास्टिकली एकदम थले डिगांगे, असी एज ए नेशन सर्वाइव नहीं कर सकांगे। जापान की हालत बहुत पतली हो चुकी है। आ तुसीं माइक्रोसॉफ्ट देखते हो, एप्पल देखते हो, गूगल देखते हो, फेसबुक देखते हो, कल दीयां गल्लां ने। हाली जापानियां ने पूरी दुनिया नूं साह ना लैण दिता। होंडा, टोयोटा, एक्रा, लैक्सस, अमेरिकन कंपनियां दा लक तोड़ के रखता। फोर्ड, क्राइसलर, जीएम ਉਹਦੇ सामने खड़ी नहीं हो सकी। अज भी ਉਹਦੀ सोनी, पैनासोनिक कुछ ऐसा जिहा प्रोडक्ट है जिहड़ा सिर्फ वही बनाउंदे ने। माइक्रोसॉफ्ट उन्होंने तो बिना अज भी सर्वाइव नहीं कर सकता। सोनी ही सब तो बड़ा सपोर्ट उन्होंने सिस्टम है सारे का सारा। अज वो जी सोसाइटी है बुढ़ी सोसाइटी हो गई है, एजड लोग हो गए हैं, अगा लगातार यंग ब्लड घटता तुरया जा रहा। खैर जी विनती कर रहे हैं, जो असी दातां मंगते हैं तो दातां दे विच आर औलादां, बच्चे, जिया जनते भी आउंदा आ। बंदा अपनी जिंदगी मंगदा, दाता जिम्मेवारी दिती आ बच्चों की,
ਹੈਲਥ ਵੀ ਦੇਈ, ਸੰਭਾਲ ਸਕਾਂ ਇਹਨਾਂ ਨੂੰ। ਦਾਤਾ ਤੇਰੀ ਦਾਤ ਹੈ, ਤੇਰੀ ਦਾਤ ਤੇਰੇ ਰਾਹ ਤੇ ਤੋਰ ਸਕਾਂ, ਇੰਨੀ ਪੇਸ਼ੈਂਸ, ਇੰਨੀ ਸੋਝੀ, ਇੰਨੇ ਗੁਣ ਵੀ ਦੇਈ। ਇਹੀ ਬੰਦਗੀ ਹੈ। ਅਦਰਵਾਈਜ਼ ਜੇ ਬੰਦੇ ਕੋਲ ਜ਼ਿੰਦਗੀ ਦਾ ਨਿਸ਼ਾਨਾ ਨਹੀਂ, ਜ਼ਿੰਦਗੀ ਆਪਣੇ ਆਪ ਵਿੱਚ ਮਿਜ਼ਰੀ ਹੈ। ਗੁਰੂ ਬਾਬਾ ਜੀ ਕਹਿੰਦੇ ਮਸ਼ੱਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾਂ। ਆਪਣੇ ਖਸਮ ਦੇ ਦਰ ਤੋਂ ਆ ਮਸ਼ੱਕਤਾਂ ਮੰਗੋ ਤੇ ਇਹਦੇ ਇਵਜ ਦੀ ਵਿੱਚ ਮਜ਼ਦੂਰੀ ਜਿਹੜੀ ਉਹ ਵੀ ਮਿਲੇਗੀ ਕਿ ਇਸ ਮਸ਼ੱਕਤ ਚੰਗੀ ਕਰ ਸਕੋਗੇ। ਅੱਗੇ ਬਚਨ ਹੈ ਨਾਨਕ ਪੁਰਦਰ ਵੇ ਪਰਵਾਹ, ਤਉਦਰ ਊਣਾ ਨਾ ਹੈ ਕੋ ਸੱਚਾ ਵੇ ਪਰਵਾਹ। ਬਾਕੀ ਉਹ ਬੇਪਰਵਾਹ ਦਾਤਾ ਆ, ਉਹਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮੰਗੀਏ ਨਾ ਮੰਗੀਏ, ਅਸੀਂ ਹੋਈਏ ਨਾ ਹੋਈਏ, ਉਹਦੀ ਹੋਂਦ ਆਪਣੇ ਆਪ ਤੋਂ। ਸਾਹਿਬ ਕਹਿੰਦੇ ਨਾਨਕ ਪੁਰਦਰ ਬੇਪਰਵਾਹ, ਤਉਦਰ ਊਣਾ ਨਾ ਹੈ। ਉਹ ਕਿਸੇ ਪੱਖੋਂ ਊਣਾ ਨਹੀਂ ਹੈਗਾ। ਜੇ ਅਸੀਂ ਮੰਗਾਂਗੇ ਤਾਂ ਵੀ ਊਣਾ ਨਹੀਂਗਾ, ਤੁਸੀਂ ਨਾ ਮੰਗੋਗੇ ਤਾਂ ਵੀ ਊਣਾ ਨਹੀਂਗਾ। ਉਹ ਤੇ ਇਹ ਹੈ ਕਿ ਅਸੀਂ ਜਿਹਨੂੰ ਉਹਨੇ ਆਪਣੇ ਹੁਕਮ ਵਿੱਚ ਸਿਰਜਿਆ ਹੈ, ਜਿਹਨੂੰ ਬਿਲਕੁਲ ਤੁਸੀਂ ਐਵੋਲੂਸ਼ਨ ਦੀ ਥਿਓਰੀ 'ਚ ਆ ਜਾਓ, ਜਿਹਨੂੰ ਕਿਹਾ ਗਿਆ ਸੀਗਾ ਫਿਟ ਟੂ ਸਰਵਾਈਵ। ਭਾਵ ਗੱਲ ਇਹ ਹੈ ਜੇ ਸਾਡੇ ਮਨ ਦੀਆਂ ਖਾਹਿਸ਼ਾਂ ਚੰਗੇ ਹੋਣ ਦੀਆਂ ਨੇ, ਉਹ ਕਰਤਾਰ ਚੰਗਿਆਂ ਬਣਾਏਗਾ ਸਾਨੂੰ। ਜੇ ਖਾਹਿਸ਼ਾਂ ਚੰਗਿਆਈ ਫੈਲਾਣ ਦੀਆਂ ਨੇ, ਚੰਗੇ ਸਮਾਜ ਨੂੰ ਸਿਰਜਣ ਦੀਆਂ ਨੇ, ਉਹ ਇੰਨਾ ਬੇਅੰਤ ਤਰਸ ਕਰਨ ਵਾਲਾ ਆ, ਸਾਨੂੰ ਉਸ ਕਾਬਲ ਬਣਾਏਗਾ, ਅਸੀਂ ਉਸ ਲੈਵਲ ਤੇ ਜਾ ਸਕਾਂਗੇ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਹੀ ਇੱਥੇ ਖਿਮਾ ਮੰਗਾਂਗਾ ਮੈਂ ਤੁਹਾਡੇ ਤੋਂ। ਕਰਸਾਨੀ ਮਾਈ ਪਾਈ ਵਿੱਚ ਜੋ ਕਰਸਾਨੀ ਲਈ ਜੂਝਰੀ ਮਾਈ ਪਾਈ ਹੈ, ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਹੋਏ ਅਰਦਾਸ ਹੈ। ਇੱਥੇ ਹੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।